ਨਗਰ ਕੌਂਸਲ ਚੋਣਾਂ ਦਾ ਅਖਾੜਾ ਹੁਣ ਕਾਫੀ ਭਖਦਾ ਨਜ਼ਰ ਆ ਰਿਹਾ ਹੈ। ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਅਤੇ ਚੋਣ ਦਫ਼ਤਰਾਂ ਦੇ ਉਦਘਾਟਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਜੱਸੀ ਦੇ ਦਫ਼ਤਰ ਦਾ ਉਦਘਾਟਨ ਹੋਇਆ। ਇਸ ਵਿੱਚ ਰੀਬਨ ਕੱਟਣ ਦੀ ਰਸਮ ਆਜ਼ਾਦੀ ਘੁਲਾਟੀਏ ਸ਼੍ਰੀ ਨਾਨਕ ਸਿੰਘ ਦੀ ਧਰਮਪਤਨੀ ਮਾਤਾ ਹਰਬੰਸ ਕੌਰ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਗੁਰੂ ਗ੍ਰੰਥ ਸਾਹਿਬ जी की पवित्र हजूरी दे विच जुड़ी साध संगत जी, वाहिगुरू जी का खालसा, श्री वाहिगुरू जी की फतेह। मेरे तो पहला साडी संस्था, शहर की संस्था नगर सुधार सभा के प्रधान प्रेम सिंह जी दोदड़ा ने तुहानूं दस्सिया कि मकसद है इन्हां चोणां दे विच सारे शहर का। वो मैं बाद दे विच गल करांगा, मैं ज़्यादा लंबी गल नहीं अपनी रखनी। मैं ये दस देना चाहुंदा है कि सरदार जसवंत सिंह जी उस परिवार दे विचों ने जो पहला उन्होंने देश की आज़ादी लई उन्होंने पिता जी ने योगदान दिता, लड़ाई लड़ी अंग्रेज़ों को कढ़ण तो बाद अज जदों किसानां दा अंदोलन चल रहा है देश दे विच, तां इन्हां दा घर सरदार शाम सिंह जी का घर उन्हां किसान अंदोलन के लीडरां ਜਿਹੜੇ 1950-51 ਦੇ ਵਿੱਚ ਮਜਾਰਾ ਮੂਵਮੈਂਟ ਦੇ ਆਗੂ ਸੀ, ਤੇਜਾ ਸਿੰਘ ਸੁਤੰਤਰ ਜੀ, ਧਰਮ ਸਿੰਘ ਫੱਕਰ ਜੀ ਜਿਹੜੇ MLA ਵੀ ਰਹੇ, ਇਹ ਜਿਨ੍ਹਾਂ ਨਾਂ ਲਵਾਂਗਾ MLA ਜਾਂ MP ਰਹੇ ਹੈ। ਤੇਜਾ ਸਿੰਘ ਸੁਤੰਤਰ ਜੀ ਜੋ ਮੈਂਬਰ ਪਾਰਲੀਮੈਂਟ ਰਹੇ, ਧਰਮ ਸਿੰਘ ਫੱਕਰ ਜੀ ਜੋ ਮੈਂਬਰ ਆਪਣਾ MLA ਰਹੇ, ਜਗੀਰ ਸਿੰਘ ਜੋਗਾ ਜੀ ਜੋ ਕਈ ਵਾਰ MLA ਰਹੇ, ਹੋਰ ਕਿੰਨੇ ਨਾਮ ਹੈ ਗਿਣਾਵਾਂ ਜਿਨ੍ਹਾਂ ਨੇ 1950-51 ਦੇ ਵਿੱਚ ਮਜਾਰਾ ਮੂਵਮੈਂਟ ਦੇ 784 ਪਿੰਡਾਂ ਦੇ ਵਿੱਚ ਉਹਨਾਂ ਰਜਵਾੜਿਆਂ ਦੇ ਖਿਲਾਫ ਸੰਘਰਸ਼ ਲੜਿਆ। ਔਰ ਸੰਘਰਸ਼ ਲੜਦਿਆਂ ਹੋਇਆ ਇਹ ਬੁਲਾਡਾ ਜਿਹੜਾ ਬਾਹਰਾ ਸੀ ਇਹ ਅੰਗਰੇਜ਼ਾਂ ਦੇ ਅਧੀਨ ਸੀ, ਔਰ ਇਹਨਾਂ ਦੇ ਘਰੇ ਆ ਕੇ ਉਹ ਲੀਡਰ ਠਹਿਰਦੇ ਰਹੇ ਔਰ ਆਪਣੀ ਉਹ ਮਜਾਰਿਆਂ ਦੀ ਲੜਾਈ ਲੜਦੇ ਰਹੇ ਉਹਨਾਂ ਦੇ ਖਿਲਾਫ। ਔਰ ਇਸ ਪਰਿਵਾਰ ਦਾ ਜਿੱਥੇ ਦੇਸ਼ ਦੀ ਆਜ਼ਾਦੀ ਯੋਗਦਾਨ ਹੈ, ਉੱਥੇ ਉਸ ਤੋਂ ਬਾਅਦ ਕਿਸਾਨਾਂ ਦੇ ਕਿਰਤੀਆਂ ਦੇ ਉਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ 22 ਲੱਖ ਦੇ ਕਰੀਬ 784 ਪਿੰਡਾਂ ਦੇ 22 ਲੱਖ ਦੇ ਕਰੀਬ ਜਿਹੜੇ ਹੈਗੇ ਆ ਕਿਸਾਨ ਪਰਿਵਾਰਾਂ ਨੂੰ ਉਹਨਾਂ ਇੰਨੀ ਏਕੜ ਦਾ ਜ਼ਮੀਨ ਦਾ ਮਾਲਕ ਬਣਾਇਆ। ਔਰ ਇਹ ਸਧਾਰਨ ਪਰਿਵਾਰ ਦੇ ਵਿੱਚੋਂ ਨਹੀਂ, ਆਮ ਤੌਰ ਤੇ ਸਾਡੇ ਲੋਕਾਂ ਦੀਆਂ ਧਾਰਨਾਵਾਂ ਨੇ ਇਹ ਜੱਟਾਂ ਦਾ ਮੁੰਡਾ, ਇਹ ਰਵਿਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦਾ, ਇਹ ਕਿਸੇ ਹੋਰ ਮਲਤਾਨੀ ਬਰਾਦਰੀ ਨਾਲ ਸੰਬੰਧ ਰੱਖਦਾ। ਇੱਥੇ ਇਹ ਸਵਾਲ ਨਹੀਂ ਹੈ। ਇੱਥੇ ਸਵਾਲ ਇਹ ਹੈ ਕਿ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੂਰੇ ਸੁਸਾਇਟੀ ਨੂੰ, ਪੂਰੇ ਸਮਾਜ ਨੂੰ, ਪੂਰੇ ਦੇਸ਼ ਨੂੰ। ਇਸ ਕਰਕੇ ਇਹਨਾਂ ਨੂੰ ਇਸ ਪੱਧਰ ਤੇ ਲੈਣਾ ਚਾਹੀਦਾ। ਔਰ ਅਗਲੀ ਗੱਲ ਇਹ ਕਿ ਇਹਨਾਂ ਨਾਲ ਮੇਰਾ ਵਾਹ ਮੈਨੂੰ ਲੱਗਦਾ ਮੈਂ ਉਦੋਂ ਬਹੁਤ ਛੋਟਾ ਸੀ, 30 ਸਾਲ ਹੋ ਗਏ ਹੋਣੇ ਆ। ਉਦੋਂ ਇਹ ਵਾਟਰ ਵਰਕਸ ਸਪਲਾਈ ਦੇ ਵਿੱਚ ਪੰਪ ਆਪਰੇਟਰ ਸੀ, ਲੰਬਾ ਸਮਾਂ ਸਰਵਿਸ ਇਹਨਾਂ ਦੀ ਰਹੀ ਹੈ ਔਰ ਇਹ ਆਪਣੀ ਜਥੇਬੰਦੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਹੈ। ਔਰ ਪਤਾ ਨਹੀਂ ਕਿੰਨੇ ਜਿਹੜੇ ਹੈਗੇ ਲੋਕਾਂ ਨੂੰ, ਕਿੰਨੇ ਮੁੰਡਿਆਂ ਨੂੰ ਨੌਕਰੀਆਂ ਦਵਾਈਆਂ ਹੋਣੀਆਂ, ਕਿੰਨੀਆਂ ਵਿਧਵਾਵਾਂ ਨੂੰ ਨੌਕਰੀਆਂ ਦਵਾਈਆਂ ਹੋਈਆਂ, ਕਿੰਨਿਆਂ ਦੇ ਜਿਹੜੇ ਮਰ ਗਏ ਜਿਹਨਾਂ ਦੇ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਪਿਤਾ ਉਹਨਾਂ ਨੂੰ ਨੌਕਰੀਆਂ ਦਵਾਈਆਂ ਹੋਣੀਆਂ। ਔਰ ਕੋਈ ਇੱਕ ਪੈਸੇ ਦਾ ਵੀ ਢੇਲੀ ਦਾ ਵੀ ਇਹਨਾਂ ਦਾ ਕੋਈ ਇਹ ਕਹਿ ਦੇ ਵੀ ਕੋਈ ਇੱਦਾਂ ਇਹਨਾਂ ਨੇ ਕੀਤਾ ਹੋਵੇ, ਉਹਦੇ ਲਈ ਡਟ ਕੇ ਕੰਮ ਕੀਤਾ। ਔਰ ਇਹਨਾਂ ਦੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ, ਬੇਟੀ ਪਤਾ ਉਹ ਜਿਹੜੀ ਹੈਗੀ ਆ ਅੱਖਾਂ ਦੀ ਹੈ ਨਹੀਂ ਜੋਤ ਉਹਦੀ, ਔਰ ਇਸ ਦੇ ਬਾਵਜੂਦ ਵੀ ਉਹਨੂੰ ਬਹੁਤ ਦੂਰ ਤੱਕ ਲੈ ਕੇ ਜਾਣਾ ਔਰ ਆਪਣੀ ਜਥੇਬੰਦੀ ਦੇ ਕੰਮਾਂ ਦੇ ਵਿੱਚ ਔਰ ਲੋਕਾਂ ਦੇ ਕੰਮਾਂ ਦੇ ਵਿੱਚ ਕਦੇ ਜਿਹੜਾ ਹੈਗਾ ਉਹਨਾਂ ਨੇ ਢਿੱਲ ਨਹੀਂ ਆਉਣ ਦਿੱਤੀ। ਇਸ ਕਰਕੇ ਜਿਹੜਾ ਇਸ ਕੈਂਡੀਡੇਟ ਜਦੋਂ ਸਾਡੇ ਕੋਲੇ ਨਗਰ ਸੁਧਾਰ ਸਭਾ ਲਵੇ ਐਪਲੀਕੇਸ਼ਨ ਆਈ ਤਾਂ ਬਹੁਤ ਸਾਰੇ ਕੈਂਡੀਡੇਟ ਸੀ, ਪਰ ਅਸੀਂ ਸਮਝਿਆ ਕਿ ਜੇ ਅਸੀਂ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਨੂੰ ਜਿਹੜੇ ਫਰੀडम फाइटर ने और बड़ा ਵੱਡਾ योगदान है समाज ਦੇ ਵਿੱਚ ਉਹਨਾਂ ਦਾ, ਜੇ ਉਹਨਾਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਇਹ ਗਲਤ ਹੋਏਗਾ, ਨਾਇਨਸਾਫੀ ਹੋਏਗੀ ਉਹ ਦੇਸ਼ ਭਗਤਾਂ ਨੂੰ ਵੀ ਔਰ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਲੜਦੇ ਆ। ਔਰ ਇਹ ਹੋਏਗਾ ਵੀ ਜੇ ਅਸੀਂ ਇਹੋ ਜਿਹੇ ਵਿਅਕਤੀ ਨੂੰ ਨਹੀਂ ਚੁਣ ਕੇ ਭੇਜਦੇ। ਔਰ ਇਮਾਨਦਾਰੀ ਮੈਂ ਦੱਸ ਦਿੱਤੀ ਹੈ ਕਿ ਇੰਨਾ ਲੰਬਾ ਸਮਾਂ ਹੋਵੇ ਮੇਰੇ ਪਿਤਾ ਜੀ ਦੀ ਉਮਰ ਦੇ ਨੇ, ਕੋਈ ਇਸ ਇੰਨੇ ਸਮੇਂ ਦੇ ਦੌਰਾਨ ਕਦੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਕੋਈ ਇੱਕ ਕਿਸਮ ਦੀ ਕੋਈ ਜਿਹੜੀ ਹੈਗੀ ਕਮੀ ਨਹੀਂ ਕੱਢੀ ਜਾ ਸਕਦੀ। ਅਗਲਾ ਸਵਾਲ ਅਸੀਂ ਜਿਹੜਾ ਹੈਗਾ ਫੈਸਲਾ ਕੀਤਾ ਹੈ ਕਿ 2.5 ਸਾਲ ਪਹਿਲਾਂ ਆ ਜਿਹੜਾ ਤੁਸੀਂ ਵਿਕਾਸ ਦੇਖ ਰਹੇ ਹੋ ਇਹ ਤੁਹਾਡੇ ਸਾਰੇ ਸ਼ਹਿਰ ਦੇ ਲੋਕਾਂ ਦੇ ਸਦਕਾ ਹੈ। ਤੁਸੀਂ ਸਾਰੇ ਲੋਕ ਲੜੇ और लड़ के आपने अपनी गल मनवाई और शहर का विकास होना शुरू होया अज। पर अज भी मैनू बड़े दुख नाल कहना पै रहा है
ਉਹ ਜਿਹੜੇ ਲੋਕ ਭ੍ਰਿਸ਼ਟ ਸੀ, ਜਿਹੜੇ ਲੋਕ ਕਰਪਟ ਸੀ, ਜਿਹੜੇ ਲੋਕ ਇਹ ਜਦੋਂ ਸੰਘਰਸ਼ ਤੋਂ ਬਾਅਦ ਇਹ ਸੜਕਾਂ ਬਣੀਆਂ ਉਹਦੇ ਚੋਂ ਕਮਿਸ਼ਨ ਲਿਆ ਜਿਨ੍ਹਾਂ ਨੇ, ਅੱਜ ਉਹ ਲੌਬੀ ਫੇਰ ਨਗਰ ਕੌਂਸਲ ਦੇ ਉੱਤੇ ਕਾਬਜ਼ ਹੋਣ ਦੇ ਲਈ ਤਰਲੋ ਮੱਛੀ ਹੋ ਰਹੀ ਹੈ ਔਰ ਯਤਨ ਕਰ ਰਹੀ ਆ। ਔਰ ਅਸੀਂ ਸਾਡਾ ਇਹ ਮਨੋਰਥ ਹੈ ਕਿ ਅਸੀਂ ਲੋਕਾਂ ਦੇ ਵਿੱਚ ਆ ਕੇ ਚੌਕੀਦਾਰ ਬਣ ਕੇ ਲੋਕਾਂ ਨੂੰ ਕਹੀਏ ਕਿ ਆਪਾਂ ਨੂੰ ਜੋ 2.5 ਸਾਲ ਪਹਿਲਾਂ ਆਪਾਂ ਨੂੰ ਬਹੁਤ ਸਾਰਾ ਜਿਹੜਾ ਹੈਗਾ ਬੰਦ ਕਰਨੇ ਪਏ, ਸੰਘਰਸ਼ ਕਰਨੇ ਪਏ, ਸਾਡੇ ਤੇ ਕੇਸ ਬਣੇ, ਸਾਡੇ ਨਿੱਕੇ ਨਿੱਕੇ ਬੱਚੇ ਤੜਪਦੇ ਰਹੇ ਔਰ ਇੱਕ ਜਿਹੜਾ ਹੈਗਾ ਸਾਡਾ ਨੌਜਵਾਨ ਮੁੰਡਾ ਜਿਹੜਾ ਪ੍ਰਧਾਨ ਸੀ ਉਹਨੂੰ ਜਿਹੜਾ ਹੈਗਾ ਉਹਨੂੰ ਇੱਥੋਂ ਜਿਹੜਾ ਜਾਣਾ ਪਿਆ। ਸਾਨੂੰ ਬੜਾ ਦੁੱਖ ਹੈ। ਇਸ ਕਰਕੇ ਹੋਰ ਤੁਸੀਂ ਲੋਕਾਂ ਨੇ ਬਹੁਤ ਕਸ਼ਟ ਝੱਲੇ ਹੈ, ਪਰ ਅੱਜ ਸਾਨੂੰ ਇਹ ਨਾ ਹੋਵੇ, ਸਾਡੇ 19 MC ਇਮਾਨਦਾਰ ਹੋਣ, ਨਾ ਵਿਕਣ, ਤੇ ਉਹਦੇ ਲਈ ਅਸੀਂ ਇੱਕ ਤੁਹਾਡੇ ਕੋਲੇ ਆਏ ਹੈ ਕਿ ਆਪਣੀਆਂ ਵੋਟਾਂ ਝੋਲੀ ਪਾ ਦਿਓ ਆਪਣਾ ਜਸਵੰਤ ਸਿੰਘ ਦੇ। ਔਰ ਅਸੀਂ ਇਸ ਗੱਲ ਦੀ ਗਰੰਟੀ ਲੈਂਦੇ ਹਾਂ ਔਰ ਇਹ ਕਹਿ ਰਹੇ ਹਾਂ ਕਿ ਵਿਕੇਗਾ ਨਹੀਂ, ਇਹ ਕਿਸੇ ਤੇ ਗੁੰਡਾਗਰਦੀ ਵਾਲਾ ਰੋਹਬ ਨਹੀਂ ਮਾਰੇਗਾ ਔਰ ਕੋਈ ਜਿਹੜੇ ਹੈਗੇ ਤੁਹਾਡੇ ਪਹਿਰੇਦਾਰ ਬਣ ਕੇ ਤੁਹਾਡੇ ਲਈ ਕੰਮ ਕਰੇਗਾ। ਔਰ ਜਿਹੜਾ ਆਪਣੇ ਤੇ ਕਲੰਕ ਲੱਗਿਆ ਹੋਇਆ ਹੈ ਕਿ ਨਗਰ ਕੌਂਸਲ ਕੱਲੀ ਮਾਨਸਾ ਜ਼ਿਲ੍ਹੇ ਦੀ ਨਹੀਂ, ਪੰਜਾਬ ਦੀ ਨਹੀਂ, 8-9 ਜਿਹੜੇ ਉੱਤਰੀ ਭਾਰਤ ਦੇ ਸੂਬੇ ਆਉਂਦੇ ਉਹਨਾਂ 'ਚੋਂ ਸਭ ਤੋਂ ਗੰਦਗੀ ਦੇ ਪੱਖ ਤੋਂ ਜਿਹੜੀ ਹੈਗੀ ਹੈ ਪਹਿਲੇ ਨੰਬਰ ਦੀ ਨਗਰ ਕੌਂਸਲ ਹੈ। ਇਸ ਕਰਕੇ ਸਾਨੂੰ ਇਹ ਚਾਹੀਦਾ ਹੈ ਕਿ ਨਗਰ ਕੌਂਸਲ ਜਿਹੜੀ ਹੈਗੀ ਆ ਵਧੀਆ ਹੋਵੇ। ਉਹਦੇ ਲਈ ਅਸੀਂ ਇਹਨੂੰ ਚੰਗੇ ਤਰੀਕੇ ਰਾਹ ਤੇ ਤੋਰੀਏ। ਔਰ ਇੱਕ ਗੱਲ ਅਗਲੀ ਮੈਂ ਕਹਾਂਗਾ, ਅੱਜ ਜਦੋਂ ਇਹ ਕੰਮ ਹੋ ਰਹੇ ਨੇ, ਕੰਮ 3-4 ਮਹੀਨਿਆਂ ਤੋਂ ਪ੍ਰਸ਼ਾਸਕ ਲੱਗਿਆ, ਉਹ ਪ੍ਰਸ਼ਾਸਕ ਪਹਿਲਾਂ ਇੱਕ ਤਾਂ ਹੈ ਵੀ ਲੋਕਾਂ ਨੂੰ ਇਹ ਸੀਗਾ ਵੀ ਜਿਹੜੇ ਪੈਸੇ ਆਉਣਗੇ ਉਹ ਐਮਸੀਆਂ ਦੀਆਂ ਜੇਬਾਂ 'ਚ ਜਾਣਗੇ। ਹੁਣ ਇੱਕ ਤਾਂ ਗੱਲ ਹੈ ਕਿ ਪੈਸਾ ਜ਼ਰੂਰ ਲੱਗ ਰਿਹਾ ਹੈ, ਇਹ ਤਾਂ ਲੱਗ ਰਿਹਾ ਹੈ ਕਿਉਂਕਿ ਨਗਰ ਸੁਧਾਰ ਸਭਾ ਨੇ ਇੱਕ ਤਾਂ ਵਿਕਾਸ ਬੁਲਾਡੇ ਦਾ ਏਜੰਡੇ ਤੇ ਲਿਆਤਾ ਆਪਣਾ 70-72 ਸਾਲਾਂ ਬਾਅਦ। ਔਰ ਦੂਜੀ ਗੱਲ ਇਹ ਹੋ ਗਈ ਕਿ ਅੱਜ ਜਿਹੜਾ ਇਹ ਵਿਕਾਸ ਜਿਹੜਾ ਕਰਨਾ ਪੈ ਰਿਹਾ ਔਰ ਇਹ 'ਚ ਕਰਪਸ਼ਨ ਨਹੀਂ ਹੋ ਰਹੀ। ਅਗਲੀ ਗੱਲ ਭਾਵੇਂ ਉਹ ਇਹ ਹੋ ਰਿਹਾ ਹੈ ਕਿ ਕੰਮ ਕੀਤਾ ਜਾ ਰਿਹਾ ਔਰ ਬੇਤਰਤੀਬੇ ਢੰਗ ਨਾਲ ਕੀਤਾ ਜਾ ਰਿਹਾ ਹੈ, ਲੋਕ ਪੱਟਿਆ ਪਿਆ ਸਾਰਾ ਬੁਢਲਾਡਾ ਔਰ ਇਹਨੂੰ ਠੀਕ ਨਹੀਂ ਕੀਤਾ ਜਾ ਰਿਹਾ। ਅੱਜ ਬੁਢਲਾਡੇ 'ਚ ਕੋਈ ਬਾਲੀ ਵਾਰਸ ਨਹੀਂ। ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ, ਕੋਈ ਹਿੱਕ ਕੱਢ ਕੇ ਜਿਹੜਾ ਹੈਗਾ ਇਹ ਨਹੀਂ ਕਹਿ ਸਕਦਾ ਕਿ ਮੈਂ ਜਾ ਕੇ ਕੰਨੋਂ ਫੜਿਆ ਹੋਵੇ ਜਿਹੜਾ ਇੱਥੋਂ ਦਾ ਕੋਈ ਅਫਸਰ ਹੈ ਛੋਟਾ ਮੋਟਾ ਜਿਹੜਾ ਬੁਢਲਾਡੇ ਦਾ ਸਬ ਡਿਵੀਜ਼ਨ ਦਾ, ਉਹਨੂੰ ਕੋਈ ਗਲਾਮੇ ਤੋਂ ਫੜ ਕੇ ਜਾਂ ਉਹਦੀ ਬਾਂਹ ਫੜ ਕੇ ਕਹਿਣ ਦੀ ਜ਼ਰੂਰਤ ਨਹੀਂ ਕਰਦਾ ਕਿ ਤੂੰ ਆ ਪੱਟਿਆ ਪਿਆ। ਲੋਕਾਂ ਦਾ ਜਿਹੜੇ ਹੈਗੇ ਲੋਕ ਜਿਹੜੇ ਦੁਕਾਨਾਂ 'ਚ ਬੈਠੇ ਗਾਹਕ ਨੂੰ ਉਡੀਕ ਰਿਹਾ ਮੱਥੇ ਤੇ ਹੱਥ ਧਰ ਕੇ, ਔਰ ਤੂੰ ਇਹ ਕੀ ਕਰੀ ਜਾਂਦਾ। ਅੱਜ ਜਿਹੜਾ ਲਵਾਰਸ ਹੈ, ਇਸ ਕਰਕੇ ਚੰਗੇ ਬੰਦੇ ਜਿਹੜੇ ਹੈਗੇ ਅਸੀਂ ਚੁਣੀਏ ਔਰ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਲਿਆਈਏ। ਬਕਾਊ ਨਾ ਹੋਣ, ਭ੍ਰਿਸ਼ਟਾਚਾਰੀ ਨਾ ਹੋਣ ਔਰ ਗੁੰਡਾਗਰਦੀ ਨਾ ਹੋਣ ਔਰ ਬੁਨਿਆਦੀ ਸਹੂਲਤਾਂ ਦਾ ਸਵਾਲ। ਅੱਜ ਅਸੀਂ ਗੰਦਾ ਪਾਣੀ ਪੀ ਰਹੇ ਹਾਂ, ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ, ਔਰ ਪਾਣੀ ਦੇ ਸੀਵਰੇਜ ਦਾ ਭਾਵੇਂ 4 ਕਰੋੜ ਦੇ ਪੈਸੇ ਆ ਗਏ ਤੁਹਾਡੇ ਸਾਰਿਆਂ ਦੀ ਬਦੌਲਤ, ਔਰ ਗੰਦੇ ਪਾਣੀ ਦੀ ਨਿਕਾਸੀ ਕੋਈ ਨਹੀਂ। ਔਰ ਜਿਹੜਾ ਸ਼ਰੇਆਮ ਜਿਹੜੇ ਸੜਕਾਂ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਘੁੰਮਦੇ ਫਿਰਦੇ ਨੇ, ਕਿਸੇ ਬਜ਼ੁਰਗ ਨੂੰ ਮਾਰ ਦੇਣ, ਕਿਸੇ ਬੱਚੇ ਨੂੰ ਮਾਰ ਦੇਣ, ਕੋਈ ਕਿਸੇ ਨੂੰ ਪਰਵਾਹ ਨਹੀਂ। ਰਾਮਲੀਲਾ ਗਰਾਊਂਡ ਧਾਰਮਿਕ ਸਥਾਨ ਹੈ, ਉਹਦੇ ਤੇ ਕਿਵੇਂ ਗੰਦਗੀ ਹੈਗੀ ਆ ਉਹਦੀ ਕੋਈ ਚਿੰਤਾ ਨਹੀਂ। ਆਪਾਂ ਦੁਸਹਿਰੇ ਨੂੰ ਜਾਂਦੇ ਹਾਂ, ਉੱਥੇ ਬਹੁਤ ਪਵਿੱਤਰ ਸਥਾਨ ਹੈ। ਔਰ ਕਿਵੇਂ ਘਰਾਂ ਦੇ ਵਿੱਚ ਜਾ ਕੇ ਗੁੰਡਿਆਂ ਨੇ ਕਿੰਨਿਆਂ ਦੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਹੋਏ ਹੋਣੇ ਆ, ਕਿੰਨਿਆਂ ਦੇ ਚੈਨੀਆਂ ਲਈਆਂ ਹੋਣੀਆਂ, ਕਿੰਨਿਆਂ ਦੇ ਘਰੇ ਜਾ ਕੇ ਲੁੱਟਾਂ ਕਰੀਆਂ ਨੇ। ਕੋਈ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ, ਮਨੁੱਖ ਦੀ ਜਿਹੜੀ ਸੁਰੱਖਿਆ ਕੋਈ ਨਹੀਂ ਹੈ। ਇਸ ਕਰਕੇ ਅਸੀਂ ਇਹ ਤੁਹਾਨੂੰ ਕਹਿੰਦੇ ਆ ਕਿ ਆਪਾਂ ਨੂੰ ਹੁਣ ਪ੍ਰਧਾਨ ਜੀ ਸਾਡੇ ਕਹਿੰਦੇ ਹੁੰਦੇ ਆ ਕਿ ਆਪਾਂ ਇੱਕ ਜਿਹੜਾ ਹੈਗਾ ਹੁਣ ਨਾ ਵੇਸਲੇ ਹੋਈਏ। ਹੁਣ ਮਤਲਬ ਆਪਾਂ ਇਸ ਦੇ ਲਈ ਕੰਮ ਕਰੀਏ ਔਰ ਚੇਤਨ ਹੋ ਕੇ ਜਾਗਦੇ ਸਿਰਾਂ ਵਾਲਿਆਂ ਨੂੰ ਆਪਾਂ ਉੱਥੇ ਭੇਜੀਏ। ਉਹ ਗੂੰਗੇ ਬੱਟੇ ਬਣ ਕੇ ਨਾ ਬੈਠਣ, ਮੂੰਹ 'ਚ ਘੁੰਗਣੀਆਂ ਪਾ ਕੇ ਨਾ ਬੈਠਣ। ਇੰਨੀਆਂ ਬੇਨਤੀਆਂ ਦੇ ਨਾਲ ਇਹੋ ਆਸ ਕਰਦਾ ਹੋਇਆ ਨਗਰ ਸੁਧਾਰ ਸਭਾ ਵੱਲੋਂ ਤੁਹਾਡੇ ਸਾਰੇ 10 ਨੰਬਰ ਵਾਰਡ ਦੇ ਵੋਟਰਾਂ ਨੂੰ ਵੀ ਔਰ ਜਿਨ੍ਹਾਂ ਦੇ ਇੱਥੇ ਲਿੰਕ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਸਾਡੇ ਬਹੁਤ ਬੇਦਾਗ ਔਰ ਲੋਕਾਂ ਲਈ ਲੜਨ ਮਰਨ ਵਾਲੇ ਔਰ ਆਜ਼ਾਦੀ ਘੁਲਾਟੀ ਪਰਿਵਾਰ ਦੇ ਵਿੱਚੋਂ ਇਹਨਾਂ ਨੂੰ ਜਿੱਤਿਆ ਕੇ ਭੇਜੋ। ਆਪਾਂ ਜਿਹੜਾ ਹੈਗਾ ਚੰਗੀ ਨਗਰ ਕੌਂਸਲ, ਚੰਗਾ ਬੁਢਲਾਡੇ ਦਾ ਭਵਿੱਖ ਜਿਹੜਾ ਸ਼ੁਰੂ ਹੋਵੇ। ਇੰਨੀਆਂ ਬੇਨਤੀਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ਹਿਰ ਦੇ ਚੱਪੇ ਚੱਪੇ ਤੇ ਕੰਮ ਹੋ ਰਿਹਾ ਹੈ, ਇਹ ਸਭ ਉਹ ਸੰਘਰਸ਼ ਸਭ ਲੋਕਾਂ ਦੇ ਸੰਘਰਸ਼ ਦਾ ਸਦਕਾ ਹੈ। ਲੇਕਿਨ ਫਿਰ ਵੀ ਇੱਕ ਬੇਨਤੀ ਕਰਨ ਆਇਆ, ਅਸੀਂ ਨਗਰ ਸੁਧਾਰ ਸਭਾ, ਅਸੀਂ ਨਹੀਂ ਸਾਰਾ ਬੁਢਲਾਡਾ ਇੱਕ ਨਗਰ ਸੁਧਾਰ ਸਭਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੰਗੇ ਬੰਦਿਆਂ ਨੂੰ ਜਿਤਾਈਏ, ਉਹ ਕਿਸੇ ਵੀ ਪਾਰਟੀ ਦਾ ਹੋਵੇ। ਸਾਡਾ ਕਿਸੇ ਪਾਰਟੀ ਨਾਲ ਕੋਈ ਭੇਦਭਾਵ ਨਹੀਂ ਹੈਗਾ। ਇੱਕ ਵਾਰ ਦੇ ਵਿੱਚ 5-5 6-6 7-7 ਕੈਂਡੀਡੇਟ ਨੇ ਮੈਦਾਨ ਦੇ ਵਿੱਚ, ਲੇਕਿਨ ਸਾਡੇ ਸਾਰੇ ਸਤਿਕਾਰਯੋਗ ਨੇ। ਲੇਕਿਨ ਇੱਕ ਗੱਲ ਤੇ ਅਸੀਂ ਜ਼ਰੂਰ ਪਹਿਰਾ ਦੇ ਰਹੇ ਹਾਂ, ਕਿਉਂਕਿ ਸਾਡੇ ਵਿੱਚੋਂ 19 ਦੇ ਵਿੱਚੋਂ ਬਹੁਤ MC ਇਦਾਂ ਦੇ ਜਾ ਰਹੇ ਨੇ ਜਿਹੜੇ ਐਂ ਕਹਿਣਗੇ ਜੀ ਗੂਠਾ ਖੱਬਾ ਲੱਗਦਾ ਕਿ ਸੱਜਾ ਲੱਗਦਾ।
ਐਦਾਂ ਦੇ ਐਮਸੀ ਸਾਨੂੰ ਕੀ ਸਾਡੇ ਹੱਕਾਂ ਦੀ ਰਾਖੀ ਕਰਨਗੇ, ਕੀ ਸਾਡੇ ਸ਼ਹਿਰ ਲਈ ਕਰਕੇ ਦੇਣਗੇ। ਸੋ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਚੰਗੇ ਕੈਂਡੀਡੇਟ ਜਿਤਾਉਣ ਲਈ ਅਪੀਲ ਕਰਾਂਗੇ। ਅਸੀਂ ਨਗਰ ਸੁਧਾਰ ਸਭਾ ਵੱਲੋਂ ਵਾਰਡ ਨੰਬਰ 10 'ਚ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਨੂੰ ਸਮਰਥਨ ਦਿੱਤਾ ਹੈ। ਇਹਨਾਂ ਲਈ ਅਸੀਂ ਘਰ ਘਰ ਜਾ ਕੇ ਵੋਟਾਂ ਵੀ ਮੰਗਾਂਗੇ, ਕਿਉਂਕਿ ਇਹਨਾਂ ਦੇ ਵਿੱਚ ਯੋਗਤਾ ਹੈ। ਸਮਾਜ ਸੇਵੀ ਨੇ ਥਾਂ ਥਾਂ ਤੇ ਜਿੱਥੇ ਵੀ ਲੋੜ ਹੈ ਉੱਥੇ ਜਾ ਕੇ ਇਹ ਦਾਨ ਪੁੰਨ ਵੀ ਕਰਦੇ ਨੇ। ਪੂਰੇ ਸੰਘਰਸ਼ ਦੇ ਵਿੱਚ ਸਾਡੇ ਨਾਲ ਮੋਢਾ ਲਾ ਕੇ ਮੋਢਾ ਖੜੇ ਸੀ। ਲੇਕਿਨ ਇੱਕ ਵੋਟਰਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਵੀ ਦਾਰੂਆਂ ਪੀਣ ਨਾਲ ਬਾਹਲਾ ਲੰਬਾ ਸਮਾਂ ਨਹੀਂ ਟੱਪਦਾ ਕੈਂਡੀਡੇਟਾਂ ਤੋਂ। 2-2 4-4 ਹਜ਼ਾਰ ਰੁਪਇਆ ਵੋਟ ਦਾ ਮੁੱਲ ਲੈਣ ਨਾਲ ਵੀ ਬਹੁਤਾ ਲੰਬਾ ਸਮਾਂ ਨਹੀਂ ਟੱਪਦਾ। ਲੇਕਿਨ ਸਾਡੀ ਜ਼ਮੀਰ ਮਰ ਜਾਂਦੀ ਹੈ, ਸਾਡੇ ਤੇ ਦਾਗ ਲੱਗਦਾ ਹੈ। ਬਿਨਾਂ ਕਿਸੇ ਪੱਖਪਾਤ ਤੋਂ ਵੀ ਸਾਡੀ ਪਾਰਟੀ ਅਕਾਲੀ ਹੈ, ਅਸੀਂ ਤੇ ਅਕਾਲੀ ਨੂੰ ਵੋਟ ਪਾਉਣੀ ਹੈ। ਸਾਡੀ ਪਾਰਟੀ ਕਾਂਗਰਸ, ਅਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ। ਨਾ ਉਤਲੀ ਕਾਂਗਰਸ ਨੇ ਕੁਛ ਦੇਣਾ, ਨਾ ਅਕਾਲੀਆਂ ਨੇ ਕੁਛ ਦੇਣਾ, ਨਾ ਆਮ ਆਦਮੀ ਪਾਰਟੀ ਨੇ ਕੁਛ ਦੇਣਾ। ਸੋਨੂੰ ਜੇ ਕੁਛ ਦੇਣਾ ਤਾਂ ਤੁਹਾਡੇ ਚੰਗੇ ਐਮਸੀ ਨੇ ਦੇਣਾ। ਇਸ ਕਰਕੇ ਬੇਨਤੀ ਕਰਦੇ ਹਾਂ, ਆਪਣੀ ਵੋਟ ਦਾ ਮੁੱਲ ਚੰਗੇ ਕੈਂਡੀਡੇਟ ਨੂੰ ਪਾ ਕੇ ਉੱਥੇ ਭੇਜੀਏ ਤਾਂ ਜੋ ਕਿ ਸਾਡੇ ਹੱਕਾਂ ਦੀ ਰਾਖੀ ਕਰ ਲੈਣ। ਪਿਛਲੇ ਸਮੇਂ ਦੇ ਵਿੱਚ ਦੇਖਿਆ ਬਹੁਤੇ ਐਮਸੀ 3-3 ਵਾਰੀ ਵਿਕੇ, ਬਹੁਤੇ ਐਮਸੀ ਦਿਨ ਰਾਤ ਮੀਟ ਸ਼ਰਾਬਾ ਖਾਣ ਪੀਣ ਤੇ ਰਹੇ ਪ੍ਰਧਾਨਾਂ ਤੋਂ। ਬਹੁਤੇ ਐਮਸੀ ਉੱਥੇ ਗੂੰਗੇ ਬੱਟੇ ਬਣ ਕੇ ਬੈਠੇ ਰਹੇ, ਕਦੇ ਵੀ ਸਾਡੇ ਬੁਲਾਡੇ ਦੇ ਹੱਕਾਂ ਦੀ ਗੱਲ ਨਹੀਂ ਕਰੀ। ਅੱਜ ਸੜਕਾਂ ਤੀਜੀ ਵਾਰ ਪੁੱਟ ਕੇ ਬਣ ਰਹੀਆਂ ਨੇ। ਸੜਕ ਬਣ ਜੂ, ਪੈਸਾ ਸਾਡਾ ਹੈ ਕਿਉਂਕਿ ਸਾਡੇ ਟੈਕਸ ਨੇ। ਲੇਕਿਨ ਜਿਹਦਾ ਘਰ ਨੀਵਾਂ ਹੋ ਗਿਆ ਉਹਨੂੰ ਪੁੱਛ ਕੇ ਦੇਖੋ ਵੀ ਸਾਰੀ ਉਮਰ 'ਚ ਇੱਕ ਵਾਰੀ ਘਰ ਬਣਦਾ, ਬਾਰ-ਬਾਰ ਕਿਵੇਂ ਘਰ ਬਣਨਗੇ। ਸੜਕਾਂ ਚੱਕੀ ਜਾਂਦੇ ਆ, ਘਰ ਨੀਵੇਂ ਹੋਈ ਜਾਂਦੇ ਆ। ਸੋ ਬਹੁਤਾ ਕੁਝ ਨਾ ਮੈਂ ਕਹਿੰਦਾ ਹੋਏ, ਇੱਕੋ ਬੇਨਤੀ ਕਰਦਾ, ਬਿਨਾਂ ਕਿਸੇ ਭਿੰਨ ਭਾਵ ਤੋਂ 19 ਦੇ 19 ਵਾਰਡਾਂ ਦੇ ਵਿੱਚ ਬਿਨਾਂ ਕਿਸੇ ਪਾਰਟੀ ਤੋਂ ਚੰਗੇ ਕੈਂਡੀਡੇਟਾਂ ਨੂੰ ਜਿਤਾਓ ਤਾਂ ਜੋ ਕਿ 5 ਸਾਲ ਸਾਨੂੰ ਚੀਕਾਂ ਫਿਰ ਨਾ ਮਾਰਨੀਆਂ ਪੈਣ, ਬੁਢਲਾਡਾ ਬੰਦ ਨਾ ਕਰਾਉਣਾ ਪਵੇ। ਜਿਹੜਾ ਐਮਸੀ ਨੂੰ ਤੁਸੀਂ ਵੋਟ ਪਾਓਗੇ ਉਹ ਵਾਰਡ ਇਕੱਠੇ ਹੋ ਕੇ ਉਹਤੇ ਪਹਿਰਾ ਵੀ ਦਿਓ। ਅਸੀਂ ਵੀ ਦੇ ਰਹੇ ਹਾਂ ਵੀ ਤੈਨੂੰ ਅਸੀਂ ਵਿਕਣ ਨਹੀਂ ਦੇਵਾਂਗੇ, ਜੇ ਤੂੰ ਵਿਕੇਂਗਾ ਤੇਰਾ ਜਲੂਸ ਕੱਢਾਂਗੇ। ਇਹ ਗੱਲਾਂ ਨੂੰ ਮੁੱਖ ਰੱਖਦੇ ਹੋਏ ਚੰਗੇ ਕੈਂਡੀਡੇਟਾਂ ਨੂੰ ਜਿਤਾਓ। ਚੰਗੇ ਕੈਂਡੀਡੇਟਾਂ ਦੀ ਕਮੇਟੀ ਬਣਾ ਕੇ ਆਪਾਂ ਸਦਾ ਲਈ ਸੁਖ ਪਾਈਏ। ਇੰਨਾ ਕੁਝ ਕਹਿਦਾ ਹੋਇਆ ਮੈਂ ਦੁਬਾਰਾ ਫੇਰ ਦੱਸਦਾ, ਨਗਰ ਸੁਧਾਰ ਸਭਾ ਵੱਲੋਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਨੂੰ ਆਪਣੇ ਕੈਂਡੀਡੇਟ ਦੇ ਤੌਰ ਤੇ ਸਮਰਥਨ ਦਿੱਤਾ ਹੈ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸਤਿਗੁਰ ਇਹਨਾਂ ਨੂੰ ਸਫਲਤਾ ਬਖਸ਼ਣ ਤਾਂ ਜੋ ਕਿ ਉੱਥੇ ਜਾ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦਵਾਰ ਨੇ ਬਹੁਤ ਹੀ ਪੜ੍ਹੇ ਲਿਖੇ, ਸੂਝਵਾਨ, ਅਣਥੱਕ ਤੇ ਸਮਾਜ ਸੇਵਕ ਨੇ। ਇਹਨਾਂ ਦੀ ਜਿਹੜੀ ਇਨਸਾਨੀਅਤ ਦੀ ਮਿਸਾਲ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ। ਮੇਰੇ ਵਰਕਰ ਦਾ ਪਿਛਲੇ ਸਾਲ 1 ਜਨਵਰੀ 2020 ਨੂੰ ਵੈਲਕਮ ਟੇਲਰ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਸੀ। ਅਜੋਕੇ ਯੁੱਗ ਦੇ ਵਿੱਚ ਜੇਕਰ ਅੱਜ ਆਪਣੀ ਅੱਖਾਂ ਦੇ ਸਾਹਮਣੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤਾਂ ਹਰ ਕੋਈ ਬੰਦਾ ਕੰਨੀ ਕਤਰਾਉਂਦਾ, ਉਸ ਨੂੰ ਸਾਂਭਣ ਦੀ ਬਜਾਏ ਉਸ ਤੋਂ ਪਰਾਂ ਹਟਣ ਦੀ ਕੋਸ਼ਿਸ਼ ਕਰਦਾ। ਪਰ ਇਹਨਾਂ ਦੀ ਸੋਚ ਇਸ ਤੋਂ ਬਿਲਕੁਲ ਉਲਟ ਹੈ। ਇਹਨਾਂ ਨੇ ਸ਼ਹਿਰ ਦੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਉਸ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ, ਪੁਲਿਸੀ ਕਾਰਵਾਈ ਪੂਰੀ ਕਰਵਾਈ ਤੇ ਬਾਅਦ ਦੇ ਵਿੱਚ ਵੀ ਉਸ ਨੂੰ ਰੈਫਰ ਕਰਵਾ ਕੇ ਚੰਡੀਗੜ੍ਹ PGI ਤੱਕ ਪਹੁੰਚਾਇਆ। ਇਹਨਾਂ ਨੇ ਮੈਨੂੰ ਕਿਹਾ ਕਿ ਨਵਨੀਤ, ਚਾਹੇ ਕਿੰਨਾ ਮਰਜ਼ੀ ਰੁਪਇਆ ਲੱਗ ਜਾਏ ਪਰ ਇਸ ਗਰੀਬ ਦੀ ਜਾਨ ਬਚਾਉਣੀ ਆ। ਪਰ ਉਹਦੇ ਕਰਮ ਮਾੜੇ ਸੀ ਕਿ ਉਹ ਨਹੀਂ ਬਚ ਸਕਿਆ। ਪਰ ਇਹਨਾਂ ਨੇ ਬਾਅਦ 'ਚ ਵੀ ਕਿਹਾ ਕਿ ਜਿਨ੍ਹਾਂ ਨੇ ਇਸ ਨਾਲ ਧੱਕਾ ਕੀਤਾ, ਇਹਦਾ ਐਕਸੀਡੈਂਟ ਕੀਤਾ, ਆਪਾਂ ਉਹਨੂੰ ਸਜ਼ਾ ਦਿਵਾਉਣੀ ਹੈ ਤੇ ਇਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿਵਾਉਣਾ। ਤੇ ਇਸ ਲਈ ਚਾਹੇ ਮੈਨੂੰ ਜੋ ਮਰਜ਼ੀ ਕੁਝ ਕਰਨਾ ਪੈ ਜੇ, ਪੈਸਾ ਵੀ ਲਾਣਾ ਪੈ ਜੇ, ਜਿੱਥੇ ਮਰਜ਼ੀ ਜਾਣਾ ਪੈ ਜੇ, ਮੈਂ ਤੇਰੇ ਨਾਲ ਇੱਟ ਵਾਂਗ ਖੜਿਆ। ਇਹਨਾਂ ਨੇ ਜਾਣੀ ਕਿ ਲੋਕਾਂ ਨੇ ਬਹੁਤ ਇਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਕੰਮ ਤੋਂ ਕੀ ਲੈਣਾ, ਪਿੱਛੇ ਹਟ ਜਾਓ, ਤੁਹਾਡੇ ਤੇ ਕਾਰਵਾਈ ਹੋ ਜੂਗੀ, ਐ ਹੋ ਜੂ, ਤੁਹਾਡੀ ਦੁਸ਼ਮਣੀ ਪੈ ਜੂ। ਇਹ ਕਹਿੰਦੇ ਮੈਨੂੰ ਆਪਦੀ ਨਾ ਤਾਂ ਕੋਈ ਜਾਨ ਦੀ ਪਰਵਾਹ ਹੈ ਤੇ ਨਾ ਹੀ ਮੈਨੂੰ ਪੈਸੇ ਦੀ ਪਰਵਾਹ ਹੈ। ਮੈਂ ਇਹ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣਾ, ਚਾਹੇ ਇਹਦੇ ਲਈ ਮੇਰੀ ਆਪਦੀ ਜਾਨ ਕਿਉਂ ਨਾ ਚਲੀ ਜਾਵੇ। ਜੋ ਆਦਮੀ ਆਪਦੀ ਜ਼ਿੰਮੇਵਾਰੀ ਨੂੰ ਇੰਨਾ ਸਮਝਦਾ ਹੋਵੇ, ਕਿਸੇ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਹੋਵੇ, ਅਜਿਹਾ ਆਦਮੀ ਰਿਸਪੌਂਸਿਬਿਲਟੀ ਤੋਂ ਬਾਅਦ ਤਾਂ ਬਹੁਤ ਕੁਝ ਕਰਵਾ ਸਕਦਾ ਹੈ। ਇਸ ਕਰਕੇ 10 ਨੰਬਰ ਵਾਰਡ ਦੇ ਸਾਰੇ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣਾ ਇੱਕੋ ਇੱਕ ਕੀਮਤੀ ਵੋਟ ਜਸਵੰਤ ਸਿੰਘ ਜੀ ਜੱਸੀ ਨੂੰ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ। ਤੇ ਸ਼ਹਿਰ ਦੇ ਸਾਰੇ ਸੱਜਣਾਂ ਨੂੰ ਵੀ ਬੇਨਤੀ ਕਰਾਂਗਾ ਕਿ 10 ਨੰਬਰ ਵਾਰਡ ਦੇ ਵਿੱਚ ਉਹਨਾਂ ਦੇ ਜਿੰਨੇ ਵੀ ਜਾਣ ਪਹਿਚਾਣ ਦੇ ਲੋਕ ਨੇ ਉਹਨਾਂ ਨੂੰ ਕਹਿ ਕੇ ਇੱਕ ਵੋਟ ਸਰਦਾਰ ਜੱਸੀ ਜੀ ਨੂੰ ਪਵਾਉਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸਮੇਂ ਵਿੱਚ ਇਕੱਠੇ ਹੋਏ ਵਾਰਡ ਨੰਬਰ 10 ਅਤੇ ਬੁਢਲਾਡਾ ਵਾਸੀ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜੇ ਤੁਸੀਂ ਮੈਨੂੰ ਸਫਲਤਾ ਦਿਵਾਓਗੇ
ਤਾਂ ਉਹ ਦਿਨ ਮਤਲਬ ਵੀ ਤੁਸੀਂ ਦੇਖੋਗੇ ਵੀ ਜੇ ਇੱਕ ਬੱਚਾ ਵੀ ਕਹੂਗਾ ਵੀ ਜਸਵੰਤ ਸਿੰਘ ਦਾਗੀ ਹੋ ਗਿਆ ਅੱਜ, ਮੈਂ ਉਸੇ ਟਾਈਮ ਤੇ ਮਤਲਬ ਵੀ ਹੇਠਾਂ ਆ ਜਾਊਂਗਾ। ਤੇ ਇੱਕ ਵੀ ਪੈਸੇ ਦਾ ਜੇ ਕੋਈ ਆਪਣੇ ਕੋਈ ਇਲਜ਼ਾਮ ਲਾਊਗਾ ਤਾਂ ਪੂਰੀ ਸਫਾਈ ਮਤਲਬ ਵੀ ਜਮਾ ਬਿਲਕੁਲ ਤੁਸੀਂ ਦੇਖਣਾ ਵੀ ਕੌਣ ਖਾਂਦਾ ਕੌਣ ਨਾ। ਮੈਂ ਤਾਂ ਇਹ ਕਹਿਣਾ ਵੀ ਆਪਣੀ ਨਗਰ ਕੌਂਸਲ ਇਹੀ ਜਿਹੀ ਬਣੇ ਵੀ ਜਿਹੜਾ ਹਰ ਮਹੀਨੇ ਹਿਸਾਬ ਕਿਤਾਬ ਲਿਖੇ ਵੀ ਇੰਨੇ ਪੈਸੇ ਆਏ, ਇੰਨੇ ਲਾਗੇ, ਆਹ ਬਾਕੀ ਆ। ਫਿਰ ਇਹ ਸਾਥੀਓ ਇਹਨਾਂ ਦਾ ਮਤਲਬ ਵੀ ਬੁਢਾਡੇ ਦਾ ਵਿਕਾਸ ਹੋ ਸਕਦਾ। ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਲੋਕਾਂ ਦੀ ਉਮੀਦ ਦੇ ਉੱਤੇ ਖਰਾ ਉਤਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਾਧ ਸੰਗਤ, ਅੱਜ ਉਸ ਗੰਦੇ ਨਿਜ਼ਾਮ ਦੇ ਵਿਰੁੱਧ ਜੋ ਆਵਾਜ਼ ਉੱਠੀ ਹੈ, ਇਹ ਆਵਾਜ਼ ਬੁਢਲਾਡੇ ਤੋਂ ਬਹੁਤ ਚਿਰ ਪਹਿਲਾਂ ਹੀ ਉੱਠੀ ਹੈ। ਧੰਨਵਾਦੀਆਂ ਨਗਰ ਸੁਧਾਰ ਸਭਾ ਦੇ ਜਿਨ੍ਹਾਂ ਨੇ ਇਸ ਘੋਲ ਨੂੰ ਬਹੁਤ, ਵੈਸੇ ਫੋਨ ਤੇ ਕਨੈਕਟ ਹੁੰਦਾ ਰਿਹਾ। ਮੈਂ ਢਿੱਲੋਂ ਸਾਹਿਬ ਕਈ ਗੱਲਾਂ 'ਚ ਮੇਰਾ ਨਾ ਲਿੰਕ ਫੋਨ 'ਤੇ ਹੁੰਦਾ ਰਿਹਾ, ਪਰ ਜੇ ਮਿਲਣ ਦਾ ਟਾਈਮ ਹੈ ਉਹ ਅੱਜੇ ਮਿਲਿਆ, ਸੁਹਾਗਾ ਟਾਈਮ ਹੈ ਇਹ। ਇਸ ਲਈ ਜੋ ਬੁਢਲਾਡੇ ਵਿੱਚ ਹੋਇਆ ਬਹੁਤ ਮੰਦਭਾਗਾ ਹੋਇਆ। ਨਗਰ ਸੁਧਾਰ ਸਭਾ ਨੇ ਬੜੀ ਲੜਾਈ ਲੜੀ ਹੈ। ਅੱਜ ਲੋੜ ਹੈ ਸਮੇਂ ਦੀ ਕਿ ਵਧੀਆ ਕੈਂਡੀਡੇਟ ਜਿਤਾ ਕੇ ਇਸ ਮੰਨ ਲਓ ਜੀ ਸਭਾ ਹੈ ਇਹਦਾ ਕੱਦ ਉੱਚਾ ਕਰੀਏ ਅਤੇ ਸ਼ਹਿਰ ਦਾ ਵਿਕਾਸ ਹੈ ਜਿਹੜਾ, ਇਲਾਕੇ ਦਾ ਵਿਕਾਸ ਹੈ ਜਿਹੜਾ, ਉਹ ਕਰੀਏ। ਜਸਵੰਤ ਸਿੰਘ ਬਾਰੇ ਜਿੰਨਾ ਕੁਝ ਮੈਂ ਜਾਣਿਆ ਜਾਂ ਦੇਖਿਆ, ਮੇਰੇ ਸੀਨੀਅਰ ਨੇ, ਇਹਨਾਂ ਨੇ ਕਿਸਾਨੀ ਘੋਲ, ਆਜ਼ਾਦੀ ਘੁਲਾਟੀਆਂ ਦੇ ਘੋਲ 'ਚ ਜੋ ਪ੍ਰਗਤੀਆਂ ਕੀਤੀਆਂ ਉਹ ਇੱਕ ਮਿਸਾਲ ਹੈ। ਮਾਨਸਾ ਨਾਂ ਚੱਲਦਾ ਹੈ, ਬੁਢਲਾਡਾ ਨਾਂ ਚੱਲਦਾ ਹੈ। ਸਾਡੇ ਸੂਬਾ ਪ੍ਰਧਾਨ ਅਤੇ ਕੁਝ ਹੋਰ ਮੈਂਬਰ ਸਾਹਿਬਾਨ ਉਹ ਲੇਟ ਹੋ ਗਏ, ਪਹੁੰਚੇ ਹੋਏ 5-4 ਮਿੰਟਾਂ 'ਚ। ਮੈਂ ਸਭ ਤੋਂ ਪਹਿਲਾਂ ਨਗਰ ਸੁਧਾਰ ਸਭਾ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਹੈ। ਅਸੀਂ ਵੀ ਵੱਧ ਤੋਂ ਵੱਧ ਜ਼ੋਰ ਲਾ ਕੇ ਜਸਵੰਤ ਸਿੰਘ ਨੂੰ ਜਿਤਾਵਾਂਗੇ ਅਤੇ ਇਹਨਾਂ ਦੇ ਹੱਥ 'ਚ ਜਿਹੜਾ ਇਹ ਮਤਲਬ ਵਾਰਡ ਨੰਬਰ 10 ਦਾ ਹੈ ਉਹ ਜਿਹੜਾ ਸਾਰਾ ਕਾਰੋਬਾਰ ਹੈ ਉਹ ਫੜਾਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਿਆ ਬਹੁਤ ਕੁਛ ਜਾ ਚੁੱਕਿਆ। ਮਨੁੱਖ ਤੇ ਪਸ਼ੂ ਪੰਛੀਆਂ 'ਚ ਇਹੀ ਫਰਕ ਹੈ, ਆਇਸ ਦਾ, ਦਿਮਾਗ ਦਾ। ਸੋ ਪੜ੍ਹਿਆ ਲਿਖਿਆ, ਸੂਝਵਾਨ, ਮਿਹਨਤੀ, ਇਮਾਨਦਾਰ ਤੇ ਲੋਕ ਸੇਵਾ ਜਾਂ ਸਮਾਜ ਸੇਵਾ ਦਾ ਉਹਦਾ ਪਿਛਲਾ ਇਤਿਹਾਸ ਹੋਵੇ, ਉਸ ਕੈਂਡੀਡੇਟ ਨੂੰ ਆਪਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ। ਇਹ ਪਰਖ ਤੁਸੀਂ ਕਰਨੀ ਹੈ, ਤੁਸੀਂ ਵੱਧ ਜਾਣਦੇ ਹੋ ਵੀ ਜਸਵੰਤ ਸੂਚ ਇਹ ਗੁਣ ਹੈਗੇ ਕਿ ਨਹੀਂ ਹੈਗੇ, ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।